जुड़ मिल बैठे गुरु रूप खालसा साध संगत जीओ। सतगुरु साहिब जी की कृपा बख्शिश मेहरामत हो रही है। ਅੰਮ੍ਰਿਤ ਵੇਲੇ ਤੋਂ ਗੁਰੂ ਦਰ 'ਤੇ ਆਪ ਜੀ ਸਜੇ ਹੋਏ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਅੰਮ੍ਰਿਤ ਬਾਣੀ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੀ। ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਉਪਰੰਤ ਸਤਿਗੁਰਾਂ ਦੇ ਅੰਮ੍ਰਿਤ ਵੇਲੇ ਦੇ ਬਖਸ਼ਿਸ਼ ਹੁਕਮ ਸਤਿਗੁਰੂ ਜੀ ਦੀ ਪਾਵਨ ਤਾਬਿਆਂ ਵਿੱਚੋਂ ਆਪ ਜੀ ਨੇ ਸਰਵਣ ਕੀਤੇ ਨੇ। ਆਓ ਅੱਜ ਦੇ ਪਾਵਨ ਹੁਕਮ ਦੀ ਵਿਚਾਰ ਦਾ ਸਤਿਗੁਰੂ ਦੇ ਉਪਦੇਸ਼ਾਂ ਨੂੰ ਸਮਝਣ ਦਾ ਇਹ ਸਮਾਂ ਹੈ। ਮਹਾਰਾਜ ਦੇ ਪਾਵਨ ਹੁਕਮ ਸਾਨੂੰ ਦ੍ਰਿੜ ਹੋਣ, ਪਾਵਨ ਹੁਕਮਾਂ ਅਨੁਸਾਰ ਜੀਵਨ ਜਿਉ ਸਕੀਏ। ਇਸੇ ਲਈ ਸੰਗਤ ਜੀ ਇਹ ਸਾਰੇ ਸਮਾਗਮ ਜਿਹੜੇ ਹਮੇਸ਼ਾ ਉਲੀਕੇ ਜਾਂਦੇ ਨੇ। ਅੱਜ ਦਾ ਐਤਵਾਰ ਦੇ ਵਿਸ਼ੇਸ਼ ਦੀਵਾਨ ਜੋ ਕੱਲ੍ਹ ਲੰਘੇ ਦਿਨ ਆਪਾਂ ਧੰਨ ਸਤਿਗੁਰੂ ਚੌਥੇ ਪਾਤਸ਼ਾਹ ਮਹਾਰਾਜ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਣ ਦਾ ਪਾਵਨ ਪੁਰਬ ਮਨਾਇਆ। ਮਹਾਰਾਜ ਦੇ ਪਾਵਨ ਉਸ ਪੁਰਬ ਨੂੰ ਸਮਰਪਿਤ ਅੱਜ ਦੇ ਸਾਰੇ ਦੀਵਾਨ ਨੇ। ਆਪ ਜੀ ਨੂੰ ਆਉਣ ਵਾਲੇ ਸਮੇਂ ਵਿੱਚ ਢਾਡੀ ਜਥੇ ਨੇ, ਗੁਰੂ ਕੇ ਵਿਚਾਰਵਾਨਾਂ ਨੇ ਵਿਚਾਰਾਂ ਰਾਹੀਂ, ਵਾਰਾਂ ਰਾਹੀਂ, ਗੁਰਬਾਣੀ ਕੀਰਤਨ ਰਾਹੀਂ ਸਤਿਗੁਰਾਂ ਦੀ ਮਹਿਮਾ ਵਡਿਆਈ ਸਰਵਣ ਕਰਵਾਉਣੀ ਹੈ। ਅੱਜ ਦਾ ਅੰਮ੍ਰਿਤ ਵੇਲੇ ਦਾ ਸਤਿਗੁਰੂ ਜੀ ਦਾ ਬਖਸ਼ਿਸ਼ ਹੁਕਮ ਤੀਸਰੇ ਪਾਤਸ਼ਾਹ ਮਹਾਰਾਜ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਓਟਿਆਂ ਦੀ ਓਟ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਰਾਗ ਵਡਹੰਸ ਦੇ ਅੰਦਰ ਸਤਿਗੁਰਾਂ ਦਾ 4 ਪਦਿਆਂ ਵਾਲਾ ਇਹ ਪਾਵਨ ਸ਼ਬਦ ਹੈ। ਸ਼ਬਦ ਦੀ ਵਿਚਾਰ ਨਾਲ ਸਤਿਗੁਰਾਂ ਦੀ ਮਹਿਮਾ ਅਤੇ ਵਡਿਆਈ ਸੰਖੇਪ ਸਮੇਂ ਵਿੱਚ ਯਤਨ ਕਰਾਂਗੇ। ਮਹਾਰਾਜ ਦੇ ਜੀਵਨ ਵਿੱਚੋਂ ਵੀ ਦਰਸ਼ਨ ਅਤੇ ਸ਼ਬਦ ਦੀ ਵਿਚਾਰ ਵੀ ਆਪਾਂ ਕਰ ਸਕੀਏ। ਆਓ ਪਿਆਰ, ਸ਼ਰਧਾ ਅਤੇ ਭਾਵਨਾ ਸਾਹਿਤ ਗੁਰੂ ਚਰਨਾਂ ਵਿੱਚ ਸੀਸ ਝੁਕਾਈਏ। ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਸਾਰੇ ਇੱਕ ਵਾਰ ਜਪੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਵਡਹੰਸ ਮਹੱਲਾ ਤੀਜਾ। ਸੁਣਿਆਓ ਕੰਤ ਮਹੇਲੀਓ, ਫਿਰ ਸੇਵਿਓ ਸ਼ਬਦ ਵਿਚਾਰ। ਧੰਨ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਇਸਤਰੀ ਨੂੰ ਸੰਬੋਧਨ ਹੁੰਦਿਆਂ ਮਹੇਲੀਓ ਦਾ ਅਰਥ ਵਿਦਵਾਨਾਂ ਨੇ ਇਸਤਰੀ ਕੀਤਾ ਹੈ। ਇੱਥੇ ਬਹੁਵਚਨ ਦੇ ਵਿੱਚ ਆਪਾਂ ਕਹਾਂਗੇ ਇਸਤਰੀਓ। ਹੇ ਜੀਵ ਇਸਤਰੀਓ, ਹੇ ਕੰਤ ਦੀਆਂ, ਕਿਉਂਕਿ ਸਾਧ ਸੰਗਤ ਜੀ ਸਮੁੱਚਾ ਸੰਸਾਰ ਉਹ ਭਾਵੇਂ ਇਸਤਰੀ ਹੈ, ਮਰਦ ਹੈ, ਅਸੀਂ ਸਾਰੇ ਉਸ ਮਾਲਕ ਪਰਮੇਸ਼ਰ ਵਾਹਿਗੁਰੂ ਜਿਹੜਾ ਸਾਡਾ ਪਤੀ ਹੈ, ਅਸੀਂ ਇਸਤਰੀ ਰੂਪ ਅੰਦਰ ਹਾਂ। ਮਾਲਕ ਸਤਿਗੁਰਾਂ ਨੇ ਗੁਰਬਾਣੀ ਦੇ ਅੰਦਰ ਜਦੋਂ ਉਪਦੇਸ਼ ਦ੍ਰਿੜ ਕਰਵਾਏ ਨੇ ਤਾਂ ਜੀਵ ਦੇ ਇਸਤਰੀ ਰੂਪ ਅੰਦਰ ਸਤਿਗੁਰਾਂ ਨੇ ਉਪਦੇਸ਼ ਦਰਸਾਉਂਦਿਆਂ ਅਲੰਕਾਰ ਮਹਾਰਾਜ ਨੇ ਬਖਸ਼ਦਿਆਂ ਬੰਨ੍ਹਦਿਆਂ ਹੋਇਆਂ ਜੀਵ ਇਸਤਰੀ ਨੂੰ ਸੁਹਾਗਵੰਤੀ ਵੀ ਆਖਿਆ ਹੈ। ਸੁਹਾਗਵਤੀ ਦਾ ਅਰਥ ਅਸੀਂ ਸਮਝਦੇ ਹਾਂ ਜਿਹੜੀ ਪਤੀ ਵਾਲੀ ਹੈ, ਜਿਹਦਾ ਮਾਲਕ ਹੈ,
ਜਿਹਦਾ ਖਸਮ ਹੈ, ਔਰ ਇੱਕ ਹੈ ਦੁਹਾਗਵੰਤੀ, ਦੁਹਾਗਣ, ਜਿਹੜੀ ਮਾਲਕ ਪਰਮੇਸ਼ਰ ਦੇ ਦਰ ਨੂੰ ਛੱਡ ਕੇ ਜੀਵ ਇੱਧਰ ਉੱਧਰ ਦੇ ਕਰਮ ਕਮਾਉਂਦਾ ਹੈ। ਔਰ ਮਹਾਰਾਜ ਕਹਿੰਦੇ ਸੁਹਾਗਣ ਕਾ ਕਿਆ ਚਿਹਨ ਹੈ, ਅੰਦਰ ਸੱਚ ਮੁਖ ਉਜਲਾ, ਖਸਮੈ ਮਾਹੇ ਸਮਾਏ। ਮਹਾਰਾਜ ਨੇ ਬਾਣੀ ਅੰਦਰ ਇਸ ਤਰ੍ਹਾਂ ਜ਼ਿਕਰ ਕੀਤਾ, ਇੱਕ ਸੁਹਾਗਣਾ ਨੇ, ਇੱਕ ਦੁਹਾਗਣਾ ਨੇ। ਜਾਂ ਮਹਾਰਾਜ ਨੇ ਇਹ ਵੀ ਜ਼ਿਕਰ ਕੀਤਾ ਹੈ, ਇੱਕ ਗੁਣਵੰਤੀ ਹੈ। ਔਰ ਮਹਾਰਾਜ ਨੇ ਇਸ ਤਰ੍ਹਾਂ ਦੇ ਜਦੋਂ ਅਲੰਕਾਰ ਬੰਨ੍ਹ ਕੇ ਇਸ ਤਰ੍ਹਾਂ ਦੇ ਪਾਵਨ ਬਚਨਾਂ ਦੇ ਰਾਹੀਂ ਉਪਦੇਸ਼ ਕੀਤੇ ਨੇ, ਤਾਂ ਸਾਧ ਸੰਗਤ ਜੀ ਸਮੁੱਚੇ ਰੂਪ ਅੰਦਰ ਅਸੀਂ ਇਹ ਕਹਿ ਸਕਦੇ ਹਾਂ, ਸਾਨੂੰ ਜੀਵਾਂ ਨੂੰ ਮਹਾਰਾਜ ਨੇ ਪਤੀ ਪਰਮੇਸ਼ਰ ਨਾਲ ਜੁੜਨ ਦਾ ਉਪਦੇਸ਼ ਦਿੱਤਾ ਹੈ। ਸੰਸਾਰਕ ਤੌਰ 'ਤੇ ਜਦੋਂ ਅਸੀਂ ਦੇਖਦੇ ਹਾਂ, ਪਤੀ ਅਤੇ ਪਤਨੀ ਦਾ ਇੱਕ ਰਿਸ਼ਤਾ ਹੈ, ਜੀਵਨ ਦੇ ਜ਼ਿੰਦਗੀ ਦੇ ਇਹ ਸੰਬੰਧ ਨੇ। ਔਰ ਜਦੋਂ ਆਨੰਦ ਕਾਰਜ ਦੀ ਮਰਜ਼ਾਦਾ ਹੁੰਦੀ ਹੈ ਤਾਂ ਗੁਰੂ ਕੇ ਵਿਦਵਾਨ ਬੁਲਾਰੇ ਵਿਆਖਿਆਕਾਰ ਸਿਆਣੇ ਪਤਵੰਤੇ ਉਸ ਦੰਪਤੀ ਜੋੜੀ ਨੂੰ, ਬੱਚੇ ਬੱਚੀ ਨੂੰ ਇਹ ਸਿੱਖਿਆ, ਇਹ ਗੁਰੂ ਕਾ ਉਪਦੇਸ਼ ਦ੍ਰਿੜ ਕਰਵਾਉਂਦੇ ਨੇ ਕਿ ਗ੍ਰਸਥ ਦੇ ਜੀਵਨ ਦੇ ਅੰਦਰ ਮਾਨੋ ਇਹ ਇੱਕ ਗੱਡੀ ਦੀ ਤਰ੍ਹਾਂ ਦੋ ਪਹੀਏ ਨੇ, ਜੇ ਬਰਾਬਰ ਜ਼ਿੰਦਗੀ ਚੱਲੇਗੀ ਤਾਂ ਜੀਵਨ ਅੰਦਰ ਸੁੱਖ ਨੇ, ਜੀਵਨ ਅੰਦਰ ਆਨੰਦ ਹੈ। ਇੱਕ ਦੂਸਰੇ ਦੇ ਕਹੇ ਹੋਏ ਬੋਲਾਂ ਨੂੰ ਜਰਨਾ, ਰਸਨਾ ਤੋਂ ਮਿੱਠੇ ਬੋਲ ਬੋਲਣੇ, ਔਰ ਦੂਸਰਿਆਂ ਨੂੰ ਮਿੱਠੇ ਬੋਲਾਂ ਦੇ ਨਾਲ ਬੁਲਾਉਣਾ। ਮਹਾਰਾਜ ਦੇ ਬਚਨੇ ਨਿਮਨ ਸੋ ਅੱਖਰ ਖਵਣ ਗੁਣ, ਨਿਮਰਤਾ ਧਾਰਨ ਕਰਨੀ, ਨਿਮਨ ਸੋ ਅੱਖਰ ਖਵਣ ਗੁਣ, ਜਿਹਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ, ਤਾ ਵਸ ਆਵੀ ਕੰਤ। ਮਹਾਰਾਜ ਕਹਿੰਦੇ ਨੇ ਉਸ ਪਰਮੇਸ਼ਰ ਨੂੰ ਮਿਲਣ ਦਾ ਇਹ ਬੜਾ ਮਹਾਨ ਮਾਰਗ ਹੈ। ਸੋ ਆਓ ਸਤਿਗੁਰੂ ਦੇ ਪਾਵਨ ਅੱਜ ਦੇ ਇਸ ਲਮੇਰੇ ਸ਼ਬਦ ਦੀ ਆਪਾਂ ਸ਼ਬਦੀ ਅਰਥ ਜਿਹੜੇ ਨੇ ਉਹਨਾਂ ਨੂੰ ਵਿਚਾਰੀਏ। ਮਹਾਰਾਜ ਕਹਿੰਦੇ ਸੁਣਿਓ ਕੰਤ ਮਹਿਲੀਓ, ਹੇ ਕੰਤ ਦੀਆਂ ਮਹਿਲੀਓ, ਮਹਿਲੀਓ ਭਾਵ ਹੈ ਇਸਤਰੀਓ। ਸੁਣੋ, ਕੀ ਸੁਣੋ? ਮਹਾਰਾਜ ਕਹਿੰਦੇ ਪੇਰ ਸੇਵਿਓ ਸ਼ਬਦ ਵਿਚਾਰ, ਉਸ ਪਤੀ ਨੂੰ, ਪਰਮੇਸ਼ਰ ਮਾਲਕ ਨੂੰ ਸੇਵੋ, ਯਾਦ ਕਰੋ। ਕਿਵੇਂ? ਸ਼ਬਦ ਦੀ ਵਿਚਾਰ ਦੁਆਰਾ। ਮਹਾਰਾਜ ਨੇ ਵੇਖੋ ਜਗਤ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਸੰਗਤ ਜੀ ਮਹਾਰਾਜ ਸਰੀਰਕ ਰੂਪ ਅੰਦਰ ਹੁੰਦਿਆਂ ਵਿਚਰਦਿਆਂ ਉਪਦੇਸ਼ ਕਰਦਿਆਂ ਜਿਹੜੀ ਮਹਾਰਾਜ ਨੇ ਸ਼ਬਦ ਦੀ ਪ੍ਰਧਾਨਤਾ ਦਰਸਾਈ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਉਸੇ ਹੀ ਸ਼ਬਦ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਅੱਗੇ ਨਿਰੰਤਰ ਜਾਰੀ ਰੱਖਿਆ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਉਸ ਸ਼ਬਦ ਦੀ ਦ੍ਰਿੜਤਾ ਕਰਵਾਈ ਜਦੋਂ ਬਚਨ ਕਹੇ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਅੱਜ ਆਪਾਂ ਮਹਾਰਾਜ ਦਾ, ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਤਾ ਦਾ ਪੁਰਬ ਮਨਾ ਰਹੇ ਹਾਂ। ਜਦੋਂ ਅਸੀਂ ਭੱਟਾਂ ਤੋਂ ਮਹਾਰਾਜ ਦੇ ਪਾਵਨ ਉਪਦੇਸ਼ਾਂ ਬਾਰੇ ਬੇਨਤੀ ਰੂਪ ਅੰਦਰ ਪੁੱਛਦੇ ਹਾਂ ਤਾਂ ਭੱਟਾਂ ਨੇ ਬੜਾ ਸਪਸ਼ਟ ਤੇ ਬੜੇ ਹੀ ਸਰਲ ਤੇ ਬੜੇ ਹੀ ਮਹਾਨ ਜਿਹੜੇ ਉਪਦੇਸ਼ ਨੇ ਸਾਨੂੰ ਬਖਸ਼ੇ ਨੇ। ਭੱਟ ਕਹਿੰਦੇ ਨੇ ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਈ। ਗੁਰੂ ਨਾਨਕ ਸਾਹਿਬ ਨੇ ਉਸ ਨਿਰੰਜਨ ਕਾਲਖ ਰਹਿਤ ਪਰਮੇਸ਼ਰ ਵਾਹਿਗੁਰੂ ਨੂੰ ਜਾਣਿਆ, ਉਸ ਮਾਲਕ ਦਾ ਰੂਪ ਪ੍ਰਗਟ ਹੋਏ। ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਈ, ਤਾਤੇ ਅੰਗਦ ਅੰਗ ਸੰਗ ਭਇਓ ਸਾਇਰ। ਮਹਾਰਾਜ ਗੁਰੂ ਨਾਨਕ ਸਾਹਿਬ ਤੋਂ
ਗੁਰੂ ਅੰਗਦ ਸਾਹਿਬ ਮਹਾਰਾਜ ਸਾਹਮਣੇ ਆਏ ਨੇ। ਭਾਈ ਲਹਿਣਾ ਗੁਰੂ ਕਾ ਅੰਗ ਬਣਿਆ, ਤਾਤੇ ਅੰਗਦ ਅੰਗ ਸੰਗ ਭਇਓ ਸਾਇਰ। ਸਮੁੰਦਰ ਰੂਪ ਮਹਾਰਾਜ ਕਹਿੰਦੇ ਨੇ ਗੁਰੂ ਅੰਗਦ ਸਾਹਿਬ ਜੀ। ਭੱਟ ਕਹਿੰਦੇ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀਨੀ ਵਰਖਾਈ। ਕੁਝ ਵਿਦਵਾਨ ਪਾਠ ਕਰਦੇ ਨੀਵ ਰਖਾਈ, ਪਰ ਵਿਦਵਾਨਾਂ ਦਾ ਮੰਨਣਾ ਹੈ ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਜੀ ਔਰ ਸਨਮਾਨਯੋਗ ਸੱਚਖੰਡ ਵਾਸੀ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦੰਤੀ ਜੀ ਹੋਰਾਂ ਦਾ, ਉਹ ਕਹਿੰਦੇ ਸ਼ਬਦ ਦੀ ਨੀਂਹ ਜਿਹੜੀ ਹੈ ਉਹ ਗੁਰੂ ਨਾਨਕ ਸਾਹਿਬ ਨੇ ਰੱਖ ਦਿੱਤੀ, ਔਰ ਸ਼ਬਦ ਦੀ ਵਰਖਾ ਜਿਹੜੀ ਹੈ ਉਹ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਅੱਗੇ ਫਿਰ ਸ਼ੁਰੂ ਕਰ ਦਿੱਤੀ। ਜਦੋਂ ਦਿੱਤਾ ਛੋੜ ਕਰਤਾਰਪੁਰ, ਬੈਠ ਖਡੂਰੈ ਜੋਤ ਜਗਾਈ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਗੁਰਮੁਖੀ ਲਿਪੀ ਨੂੰ ਸੰਭਾਲਿਆ, ਸ਼ਿੰਗਾਰਿਆ, ਸਵਾਰਿਆ, ਸ਼ਬਦ ਦਾ ਪ੍ਰਚਾਰ ਕੀਤਾ ਅਤੇ ਵਿਸ਼ੇਸ਼ ਕਰਕੇ ਗੁਰਮੁਖੀ ਉੱਥੇ ਗਿਆਨ ਦਾ ਵੱਡਾ ਇੱਕ ਸਕੂਲ ਕਾਲਜ ਵਿਦਿਆਲਾ ਜਿਹੜਾ ਚਲਾਇਆ। ਸੋ ਇਹ ਸ਼ਬਦ ਹੈ ਕੀਨੀ ਵਰਖਾਈ, ਵਰਖਾ ਕੀਤੀ। ਗੁਰ ਅੰਗਦ ਮਹਾਰਾਜ ਗੁਰੂ ਅੰਗਦ ਸਾਹਿਬ ਨੇ ਇਹ ਕਿਰਪਾ ਕੀਤੀ। ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀਨੀ ਵਰਖਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ ਕਛ ਕਹੀ ਨ ਜਾਈ। ਭੱਟ ਕਹਿੰਦੇ ਗੁਰੂ ਅਮਰਦਾਸ ਜੀ ਤੇ ਕਥਾ ਹੀ ਬੇਅੰਤ ਹੈ। ਕਿਉਂ? ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਏ, ਤੋਹੇ ਬਣ ਆਵੇ। ਮਹਾਰਾਜ ਅੱਗੇ ਭੱਟ ਕਹਿੰਦੇ ਨੇ ਗੁਰ ਅਮਰਦਾਸ ਕੀ ਅਕਥ ਕਥਾ, ਇੱਕ ਜਿਹੀ ਕਛ ਕਹੀ ਨ ਜਾਈ। ਸੋਢੀ ਸ੍ਰਿਸ਼ਟ ਸਗਲ ਤਾਰਨ ਕੋ, ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਇਹ ਵਡਿਆਈ ਹੁਣ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਰਾਮਦਾਸ ਜੀ ਨੂੰ ਬਖਸ਼ੀ। ਔਰ ਗੁਰੂ ਅਮਰਦਾਸ ਮਹਾਰਾਜ ਨੇ ਜੋ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਪਦੇਸ਼ ਦ੍ਰਿੜ ਕਰਵਾਏ, ਜੋ ਸਦ ਬਾਣੀ ਅੰਦਰ ਅੰਕਿਤ ਨੇ, ਉਹ ਸਭ ਤੋਂ ਵੱਡਾ ਸਾਡੇ ਮਹਾਰਾਜ ਦਾ ਉਪਦੇਸ਼ ਹੈ, ਜਿਹੜਾ ਉਸ ਸਮੇਂ ਮਹਾਰਾਜ ਨੇ ਹੁਕਮ ਵਰਤਾਇਆ। ਰਹੋ ਵਿਚਾਰ। ਇੱਥੇ ਮਹਾਰਾਜ ਕਹਿੰਦੇ ਪਿਰ ਸੇਵਿਓ ਸ਼ਬਦ ਵਿਚਾਰ। ਪਤੀ ਪਰਮੇਸ਼ਰ ਵਾਹਿਗੁਰੂ ਨੂੰ ਪਾਉਣ ਲਈ ਸ਼ਬਦ ਦੀ ਵਿਚਾਰ। ਅਵਗਣਵੰਤੀ ਪਿਰ ਨਾ ਜਾਣਈ, ਮੁੱਠੀ ਰੋਵੈ ਕੰਤ ਵਿਸਾਰ। ਮਹਾਰਾਜ ਕਹਿੰਦੇ ਜਿਹੜੀ ਇਸਤਰੀ ਔਗਣਾ ਵਾਲੀ ਹੈ ਉਹ ਮਾਲਕ ਪਤੀ ਨੂੰ ਜਾਣਦੀ ਨਹੀਂ, ਉਹ ਕੰਤ ਨੂੰ ਵਿਸਾਰ ਕੇ ਮਾਨੋ ਮੁੱਠੀ ਠੱਗੀ ਗਈ ਹੈ ਔਰ ਰੋਂਦੀ ਫਿਰਦੀ ਹੈ। ਮੁੱਠੀ ਰੋਵੈ ਕੰਤ ਵਿਸਾਰ, ਰੋਵੈ ਕੰਤ ਸੰਭਾਲ ਸਦਾ ਗੁਣ ਸਾਰ। ਨਾ ਪਿਰ ਮਰੈ ਨ ਜਾਏ। ਮਹਾਰਾਜ ਕਹਿੰਦੇ ਦੂਸਰੇ ਪਾਸੇ ਗੁਰਮੁਖ ਜੀਵ ਇਸਤਰੀਆਂ ਨੇ ਜਿਹੜੀਆਂ ਮਾਲਕ ਪਤੀ ਨੂੰ ਯਾਦ ਕਰਕੇ ਰੋਂਦੀਆਂ ਨੇ, ਸਦਾ ਹਰੀ ਦੇ ਗੁਣ ਗਾਇਨ ਕਰਦੀਆਂ ਨੇ, ਉਹਨਾਂ ਨੂੰ ਮਹਾਰਾਜ ਕਹਿੰਦੇ ਨੇ ਉਹ ਸੁਹਾਗ ਭਾਗ ਵਾਲੀਆਂ ਹੋ ਜਾਂਦੀਆਂ ਨੇ। ਉਹਨਾਂ ਦਾ ਪਤੀ ਕਦੀ ਮਰਦਾ ਨਹੀਂ, ਜੰਮਦਾ ਨਹੀਂ, ਸਦੀਵ ਕਾਲ ਹੈ। ਮਹਾਰਾਜ ਅੱਗੇ ਕਿਰਪਾ ਕਰਦੇ ਗੁਰਮੁਖ ਜਾਤਾ ਸ਼ਬਦ ਪਛਾਤਾ, ਸਾਚਾ ਪ੍ਰੇਮ ਸਮਾਜ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੁਆਰਾ ਉਸ ਪਰਮੇਸ਼ਰ ਨੂੰ ਜਾਣਿਆ, ਉਸ ਮਾਲਕ ਦੇ ਸੱਚੇ ਪ੍ਰੇਮ ਵਿੱਚ ਅਭੇਦ ਹੋ ਗਏ। ਜਿਨ ਆਪਣਾ ਪਿਰ ਨਹੀਂ ਜਾਤਾ, ਕਰਮ ਵਿਧਾਤਾ ਕੂੜ ਮੁੱਠੀ ਕੂੜਿਆਰੇ। ਹਜ਼ੂਰ ਕਹਿੰਦੇ ਨੇ ਕਰਮਾਂ ਦੇ ਅਨੁਸਾਰ ਉਹ ਮਾਲਕ ਫਲ ਦਿੰਦਾ ਹੈ। ਜਿਹੋ ਜਿਹੇ ਸਾਡੇ ਕਰਮ ਨੇ ਉਹੋ ਜਿਹਾ ਮਾਲਕ ਉਪਦੇਸ਼, ਉਹੋ ਜਿਹੇ ਫਲ ਮਿਲਦੇ ਨੇ। ਔਰ ਸਤਿਗੁਰੂ ਕਹਿੰਦੇ ਨੇ ਕੂੜ ਮੁੱਠੀ ਕੂੜਿਆਰੇ। ਝੂਠ ਜਿਹੜਾ ਹੈ, ਝੂਠ ਦਾ ਜਿਹੜਾ ਮਨੁੱਖ ਆਦੀ ਹੈ, ਜਿਹਦੇ ਜੀਵਨ ਅੰਦਰ ਕੂੜ ਹੈ, ਮਹਾਰਾਜ ਕਹਿੰਦੇ ਉਹ ਝੂਠੀ ਜੀਵ ਇਸਤਰੀ ਮਾਨੋ ਠੱਗੀ ਜਾਂਦੀ ਹੈ। ਸੁਣਿਓ ਕੰਤ ਮਹਿਲੀ ਹੋ, ਪਿਰ ਸੇਵਿਓ ਸ਼ਬਦ ਵਿਚਾਰ। ਇਸ ਕਰਕੇ ਮਹਾਰਾਜ ਕਹਿੰਦੇ ਹੇ ਪਤੀ ਪਰਮੇਸ਼ਰ ਦੀਓ ਇਸਤਰੀਓ, ਸ਼ਬਦ ਦੁਆਰਾ ਉਸ ਮਾਲਕ ਨੂੰ ਯਾਦ ਕਰੋ। ਸਭ ਜਗ ਆਪ ਉਪਾਇਓਨ, ਆਵਨ ਜਾਨ ਸੰਸਾਰਾ। ਮਹਾਰਾਜ ਕਹਿੰਦੇ ਸੰਸਾਰ ਪਰਮੇਸ਼ਰ ਨੇ ਪੈਦਾ ਕੀਤਾ ਹੈ, ਇਹ ਆਉਣ ਜਾਣ ਵਾਲਾ ਹੈ। ਮਾਇਆ ਮੋਹ ਖੁਆਇਨ,
ਮਰ ਜੰਮੈ ਵਾਰੋ ਵਾਰਾ। ਇਹ ਮਾਇਆ ਦੇ ਵਿੱਚ ਖੁਆਰ ਹੋ ਕੇ ਭੁਲਾਇਆ ਹੋਇਆ ਹੈ ਔਰ ਆਉਣ ਜਾਣੇ ਦਾ ਮਰਨ ਜੰਮਣ ਬਣਿਆ ਰਹਿੰਦਾ ਹੈ। ਮਰ ਜੰਮੈ ਵਾਰੋ ਵਾਰਾ ਵਧੇ ਵਿਕਾਰਾ। ਗਿਆਨ ਵਿਹੂਣੀ ਮੁੱਠੀ। ਗਿਆਨ ਤੋਂ ਖਾਲੀ ਹੋਣ ਕਰਕੇ ਮਹਾਰਾਜ ਕਹਿੰਦੇ ਵਾਰ-ਵਾਰ ਜਨਮ ਹੁੰਦਾ ਹੈ ਔਰ ਗਿਆਨ ਤੋਂ ਵਿਹੂਣੀ ਹੋਣ ਕਰਕੇ ਹੀ ਇਹ ਠੱਗੀ ਜਾਂਦੀ ਹੈ। ਜੀਵ ਇਸਤਰੀ ਪੇਰਿਸ਼ ਬਿਨ ਸ਼ਬਦੈ ਪਿਰ ਨਾ ਪਾਇਓ। ਜਨਮ ਗਵਾਇਓ ਰੋਵੈ ਅਵਗੁਣਿਆਰੀ ਝੂਠੀ। ਬਿਨਾ ਸ਼ਬਦ ਤੋਂ ਪਤੀ ਦੀ ਪ੍ਰਾਪਤੀ ਨਹੀਂ ਕਰ ਸਕੀ। ਜਨਮ ਨੂੰ ਵਿਅਰਥ ਗਵਾ ਲਿਆ। ਫਿਰ ਔਗਣਾ ਵਿੱਚ ਗੁਣਾ ਤੋਂ ਖਾਲੀ ਹੋ ਕੇ ਇਹ ਰੋਣਾ ਜੀਵਨ ਅੰਦਰ ਬਣਿਆ ਰਹਿੰਦਾ ਹੈ। ਫਿਰ ਜਗ ਜੀਵਨ ਕਿਸਨੋ ਰੋਈਐ ਰੋਵੈ ਕੰਤ ਵਿਸਾਰੇ। ਪਤੀ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਜਗਤ ਦਾ ਮਾਲਕ ਹੈ, ਕਿਸ ਨੂੰ ਰੋਈਏ। ਮਹਾਰਾਜ ਕਹਿੰਦੇ ਕਿਹਨੂੰ? ਜਿਹੜੇ ਪਰਮੇਸ਼ਰ ਨੂੰ ਭੁੱਲ ਜਾਂਦੇ ਨੇ ਉਹਨਾਂ ਦੇ ਜੀਵਨ ਅੰਦਰ ਇਹ ਰੋਣੇ ਧੋਣੇ ਨੇ। ਸਭ ਜਗ ਆਪ ਉਪਾਇਓਨ ਆਵਣ ਜਾਨ ਸੰਸਾਰੇ। ਮਹਾਰਾਜ ਕਹਿੰਦੇ ਸੱਚ ਅਸਲ ਵਿੱਚ ਪਰਮੇਸ਼ਰ ਨੇ ਹੀ ਆਉਣ ਜਾਣ ਸੰਸਾਰ ਦਾ ਬਣਾਇਆ ਹੈ। ਸੋ ਫਿਰ ਸਦਾ ਸੱਚਾ ਸਦ ਹੀ ਸਾਚਾ ਹੈ। ਨਾਉ ਮਰੈ ਨ ਜਾਏ। ਪਤੀ ਪਰਮੇਸ਼ਰ ਵਾਹਿਗੁਰੂ ਸਦਾ ਕਾਲ ਹੈ, ਨਾ ਜੰਮਦਾ ਹੈ ਨਾ ਮਰਦਾ ਹੈ। ਮਹਾਰਾਜ ਕਹਿੰਦੇ ਸੋ ਮੁਖ ਜਲੋ ਜਿਤ ਕਹੈ ਠਾਕੁਰ ਜੋਨੀ। ਇੱਥੇ ਹਜੂਰ ਦੇ ਬਚਨ ਨੇ ਭੂਲੀ ਫਿਰੈ ਧਨ ਇਆਣੀਆਂ। ਰੰਡ ਬੈਠੀ ਦੂਜੇ ਭਾਏ। ਮਹਾਰਾਜ ਕਹਿੰਦੇ ਉਹ ਅਣਜਾਣ ਇਸਤਰੀ ਦੂਜੇ ਭਾਅ ਵਿੱਚ ਭੁੱਲੀ ਹੋਈ, ਦਵੈਤ ਭਾਅ ਵਿੱਚ ਬੈਠੀ ਹੋਈ, ਰੰਡ ਬੈਠੀ ਪਤੀ ਤੋਂ ਵਿਹੂਣੀ ਮਾਨੋਂ ਬੈਠੀ ਹੈ। ਭਾਅ ਵਿਛੜੀ ਹੋਈ ਹੈ, ਵਿਛੋੜਾ ਪਿਆ ਹੋਇਆ ਹੈ। ਰੰਡ ਬੈਠੀ ਦੂਜੇ ਭਾਏ ਮਾਇਆ ਮੋਹਿ ਦੁਖ ਪਾਏ। ਆਵ ਘਟੈ ਤਨ ਚੀਜੈ। ਇਸ ਤਰ੍ਹਾਂ ਦੂਜੇ ਭਾਅ ਵਿੱਚ ਮਾਲਕ ਤੋਂ ਭੁੱਲੀ ਹੋਈ ਦੁੱਖ ਪਾਉਂਦੀ ਹੈ। ਮਹਾਰਾਜ ਕਹਿੰਦੇ ਉਮਰ ਲੰਘਦੀ ਜਾਂਦੀ ਹੈ, ਸਰੀਰ ਜਿਹੜਾ ਹੈ ਤਨ ਚੀਜੇ ਕਮਜ਼ੋਰ ਹੁੰਦਾ ਜਾ ਰਿਹਾ ਹੈ। ਜੋ ਕਿਛ ਆਇਆ ਸਭ ਕਿਛ ਜਾਸੀ। ਦੁੱਖ ਲਾਗਾ ਭਾਏ ਦੂਜੈ। ਦੂਜੇ ਭਾਅ ਵਿੱਚ ਦੁੱਖ ਲੱਗਦਾ ਹੈ। ਸੰਸਾਰ ਵਿੱਚ ਜੋ ਆਇਆ ਇੱਕ ਦਿਨ ਜਾਣਾ ਹੈ। ਜਮ ਕਾਲ ਨ ਸੂਝੈ ਮਾਇਆ ਜਗ ਲੂਝੇ। ਲੱਭ ਲੋਭ ਚਿਤ ਲਾਇ। ਜਗਤ ਮਾਇਆ ਲਈ ਮਹਾਰਾਜ ਕਹਿੰਦੇ ਝਗੜੇ ਕਰਦਾ ਹੈ ਔਰ ਲੋਭ ਲਾਲਚ ਦੇ ਵਿੱਚ ਫਸਦਾ ਹੈ। ਸੋ ਫਿਰ ਸਾਚਾ ਸਦ ਹੀ ਸਾਚਾ। ਨਾ ਉਹ ਮਰੇ ਨ ਜੈ। ਮਹਾਰਾਜ ਕਹਿੰਦੇ ਪਰਮੇਸ਼ਰ ਪਤੀ ਸੱਚਾ ਹੈ, ਨਾ ਮਾਲਕ ਆਉਂਦਾ ਹੈ ਨਾ ਜਾਂਦਾ, ਸਦੀਵ ਕਾਲ ਹੈ ਜੀ। ਇੱਕ ਰੋਵੈ ਪਿਰਹਿ ਵਿਸ਼ੁੰਨੀਆ। ਅੰਧੀ ਨਾ ਜਾਣੈ ਪਿਰ ਨਾਲੇ। ਮਹਾਰਾਜ ਕਹਿੰਦੇ ਇੱਕ ਪਿਆਰੇ ਤੋਂ ਵਿਛੜ ਕੇ ਜੀਵ ਇਸਤਰੀਆਂ ਰੋਂਦੀਆਂ ਨੇ। ਉਹ ਮਾਨੋ ਅੰਨੀਆਂ ਸਮਝਦੀਆਂ ਨਹੀਂ ਕਿ ਪਿਆਰਾ ਪਤੀ ਪਰਮੇਸ਼ਰ ਉਹਨਾਂ ਦੇ ਨਾਲ ਹੈ, ਉਹਨਾਂ ਦੇ ਹਿਰਦੇ ਅੰਦਰ ਹੈ, ਪਰ ਉਸ ਨੂੰ ਜਾਣਦੀਆਂ ਨਹੀਂ। ਮਹਾਰਾਜ ਦੇ ਬਚਨ ਹੈ ਤੋ ਸਹੀ ਲਖੈ ਜੋ ਕੋਈ। ਸੋ ਮਹਾਰਾਜ ਕਹਿੰਦੇ ਗੁਰ ਪ੍ਰਸਾਦੀ ਸਾਚਾ ਫਿਰ ਮਿਲੈ ਅੰਤਰ ਸਦਾ ਸੰਭਾਲੇ। ਗੁਰੂ ਦੀ ਕਿਰਪਾ ਦੁਆਰਾ ਹੀ ਜਦੋਂ ਮਾਲਕ ਨੂੰ ਅੰਤਰ ਆਤਮੇ ਹਿਰਦੇ ਵਿੱਚ ਯਾਦ ਕਰਾਂਗੇ ਤਾਂ ਮਾਲਕ ਦੀ ਕਿਰਪਾ ਹੁੰਦੀ ਹੈ। ਫਿਰ ਅੰਤਰ ਸਦਾ ਸੰਭਾਲੇ ਸਦਾ ਹੈ ਨਾਲੇ। ਮਨਮੁਖ ਜਾਤਾ ਦੂਰੇ। ਮਹਾਰਾਜ ਕਹਿੰਦੇ ਉਹ ਲੋਕ ਨੇ ਜਿਹੜੇ ਆਪ ਹੁਦਰੇ ਨੇ, ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਨੇ। ਉਹ ਪਰਮੇਸ਼ਰ ਨੂੰ ਨੇੜੇ ਨਹੀਂ ਜਾਣਦੇ। ਇਹੋ ਤਨ ਰੁਲੈ ਰੁਲਾਇਆ ਕਾਮ ਨ ਆਇਆ। ਮਹਾਰਾਜ ਕਹਿੰਦੇ ਨੇ ਉਹਨਾਂ ਦਾ ਤਨ ਰੁਲਦਾ ਹੈ, ਉਹਨਾਂ ਦਾ ਜੀਵਨ ਅੰਦਰ ਕੋਈ ਇਸ ਤਰ੍ਹਾਂ ਦਾ ਕਰਮ ਹੀ ਨਹੀਂ ਬਣਦਾ। ਜਿਨ ਖਸਮ ਨ ਜਾਤਾ ਹਦੂਰੇ। ਜਿਹਨੇ ਮਾਲਕ ਨੂੰ ਹਾਜ਼ਰ ਨਾਜ਼ਰ ਨਹੀਂ ਜਾਣਿਆ। ਜਿਹੜਾ ਮਾਲਕ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਹੈ। ਜਿਹੜੇ ਮਾਲਕ ਦੀ ਜੋਤ ਨੂੰ ਅਨੁਭਵ ਨਹੀਂ ਕਰਦੇ ਉਹਨਾਂ ਦਾ ਜੀਵਨ ਤਿਰਕਾਰ ਬਣ ਜਾਂਦਾ ਹੈ ਜੀ। ਨਾਨਕ ਸਾਤਨ ਮਿਲੈ ਮਿਲਾਈ ਫਿਰ ਅੰਤਰ ਸਦਾ ਸੰਭਾਲੇ। ਉਹ ਇਸਤਰੀ ਉਹ ਪ੍ਰਾਣੀ ਤਾਂ ਪਤੀ ਹਰੀ ਨੂੰ ਮਿਲਦੀ ਹੈ। ਔਰ ਕੌਣ? ਮਹਾਰਾਜ ਕਹਿੰਦੇ ਨਾਨਕ ਸਾਤਨ ਮਿਲੇ ਮਿਲਾਈ ਫਿਰ ਅੰਤਰ ਸਦਾ ਸੰਭਾਲੇ। ਜਿਹੜੀ ਜੀਵ ਇਸਤਰੀ ਹਿਰਦੇ ਅੰਦਰ ਪਰਮੇਸ਼ਰ ਨੂੰ ਯਾਦ ਕਰਦੀ ਹੈ। ਇੱਕ ਰੋਵੈ ਪਿਰਹਿ ਵਿਸ਼ੁੰਨੀਆ।
ਅੰਧੀ ਨਾ ਜਾਣੈ ਪਿਰ ਹੈ ਨਾਲੇ। ਮਹਾਰਾਜ ਕਹਿੰਦੇ ਉਹ ਨੇ ਜੀਵ ਇਸਤਰੀਆਂ ਜਿਹੜੀਆਂ ਪਤੀ ਪਰਮੇਸ਼ਰ ਤੋਂ ਵਿਛੜ ਕੇ ਇਸ ਗੱਲ ਨੂੰ ਸਮਝਦੀਆਂ ਨਹੀਂ, ਜਾਣਦੀਆਂ ਨਹੀਂ, ਔਰ ਉਹਨਾਂ ਦੇ ਜੀਵਨ ਅੰਦਰ ਰੋਣਾ ਹੈ, ਧੋਣਾ ਹੈ। ਸੋ ਸਾਧ ਸੰਗਤ ਜੀ, ਅੱਜ ਦੇ ਪਾਵਨ ਇਸ ਸ਼ਬਦ ਦੇ ਅੰਦਰ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਗੁਰ ਸ਼ਬਦ ਦੀ ਮਹਿਮਾ, ਗੁਰੂ ਸ਼ਬਦ ਦੀ ਵਡਿਆਈ, ਔਰ ਸਾਧ ਸੰਗਤ ਜੀ, ਜੀਵ ਨੇ ਮਾਲਕ ਦੇ ਹੁਕਮ ਨੂੰ ਕਿਵੇਂ ਸਮਝਣਾ ਹੈ। ਗੁਰ ਕਾ ਸ਼ਬਦ ਰਤਨ ਹੈ। ਔਰ ਮਹਾਰਾਜ ਕਹਿੰਦੇ ਰਤਨਾ ਰਤਨ ਪਦਾਰਥ। ਮਹਾਰਾਜ ਦੇ ਇਸ ਬਖਸ਼ਿਸ਼ਮਈ ਖਜ਼ਾਨੇ ਦੇ ਅੰਦਰ ਬੜੇ ਅਮੋਲ ਖਜ਼ਾਨੇ ਪਦਾਰਥ ਨੇ, ਔਰ ਜਿਹੜੇ ਗੁਰ ਸ਼ਬਦ ਨਾਲ ਜੁੜ ਜਾਣਗੇ ਉਹਨਾਂ ਦਾ ਜੀਵਨ ਸੁਹੇਲਾ ਸਫਲਾ ਹੋ ਜਾਵੇਗਾ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ। ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਉਪਦੇਸ਼ ਸਾਨੂੰ ਦ੍ਰਿੜ ਹੋਣ। ਸੱਚ ਹੈ, ਗੁਰੂ ਅਮਰਦਾਸ ਜੀ ਦੇ ਹਰ ਹੁਕਮ ਨੂੰ ਭਾਈ ਜੇਠਾ ਜੀ ਨੇ ਪ੍ਰਵਾਨ ਕੀਤਾ, ਹਰ ਆਗਿਆ ਨੂੰ ਮੰਨਿਆ। ਔਰ ਇੱਕ ਦਿਨ ਇਹ ਸਮਾਂ ਆ ਗਿਆ, ਮਹਾਰਾਜ ਨੇ ਗੁਰੂ ਨਾਨਕ ਦੀ ਜੋਤ ਉਸ ਭਾਈ ਜੇਠੇ ਦੇ ਹਿਰਦੇ ਅੰਦਰ ਟਿਕਾਈ, ਤਾਂ ਮਹਿਮਾਮਈ ਪਾਵਨ ਬਚਨ ਗੁਰਬਾਣੀ ਅੰਦਰ ਗੁਰੂ ਕੇ ਰਬਾਬੀਆਂ ਨੇ, ਰਾਗੀਆਂ ਨੇ ਉਚਾਰਨ ਕੀਤੇ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਨਹਾਰੈ ਧਾਰਿਆ। ਅਤੇ ਮਹਾਰਾਜ ਦੀ ਮਹਿਮਾ ਵਡਿਆਈ ਨੂੰ ਸਮਝਦਿਆਂ ਮੋਹਰੀ ਪੁੱਤ ਸਨਮੁਖ ਹੋਇਆ, ਸਭ ਜਗਤ ਪੈਰੀ ਪਾਏ ਜੀਓ। ਸਤਿਗੁਰੂ ਕਿਰਪਾ ਕਰਨ ਜੀ। ਗੁਰੂ ਕੇ ਉਪਦੇਸ਼, ਗੁਰੂ ਕੀਆਂ ਬਖਸ਼ਿਸ਼ਾਂ ਨੂੰ ਸਦਾ ਅਸੀਂ ਯਾਦ ਕਰਨਾ ਹੈ, ਮੰਨਣਾ ਹੈ, ਤਾਂ ਜੀਵਨ ਦੇ ਅੰਦਰ ਖੁਸ਼ੀਆਂ ਅਤੇ ਆਨੰਦ ਬਣਿਆ ਰਹੇਗਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਜੀ, ਆਓ ਅੱਜ ਦੇ ਪਾਵਨ ਸ਼ਬਦ ਦੀਆਂ ਆਖਰੀ ਗੁਰਪੰਕਤੀਆਂ ਨੂੰ ਦ੍ਰਿੜ ਕਰੀਏ ਅਤੇ ਗੁਰੂ ਫਤਿਹ ਦੀ ਸਾਂਝ ਪਾਈਏ ਜੀ। ਨਾਨਕ ਸਾਤਨ ਮਿਲਾਇ ਮਿਲਾਈ, ਫਿਰ ਅੰਤਰ ਸਦਾ ਸੰਭਾਲੇ। ਇਕ ਰੋਵੈ ਪਰਹਿ ਵਿਛੁੰਨੀਆਂ, ਅੰਧੀ ਨਾ ਜਾਣੈ ਪਿਰ ਹੈ ਨਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਉਸ ਨੂੰ ਨੀ ਵਾਜਦੇ ਨੇ ਆਪ ਗੁਰੂ ਰਾਮਦਾਸ। ਆਪ ਗੁਰੂ ਰਾਮਦਾਸ, ਆਪ ਗੁਰੂ ਰਾਮਦਾਸ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਧੰਨ ਸੱਚਾ ਪਾਤਸ਼ਾਹ, ਧੰਨ ਗੁਰੂ ਰਾਮਦਾਸ। ਧੰਨ ਸੱਚਾ ਪਾਤਸ਼ਾਹ, ਧੰਨ ਗੁਰੂ ਰਾਮਦਾਸ। ਗੱਭਰੂ ਨੂੰ ਪੁੱਛਦੇ ਹੈ ਸਤਿਗੁਰ ਬੇਟਾ ਕੀ ਨਾਮ ਹੈ। ਕਿੱਥੇ ਹਨ ਮਾਪੇ ਤੇਰੇ, ਕਿਹੜਾ ਗਰਾਮ ਹੈ। ਬੋਲਣ ਵਿੱਚ ਖਾਸ ਜਾਪਦਾ, ਦੇਖਣ ਨੂੰ ਆਮ ਹੈ। ਮੱਥੇ ਦੀ ਛਬ ਸੁਹਾਣੀ, ਚੰਗਾ ਸਿਤਾਰਾ ਹੈ। ਕੁੰਗਣੀਆਂ ਫਿਰ ਵੇਚਦਾ, ਹੋਕਾ ਨਿਆਰਾ ਹੈ। ਬੋਲਾਂ ਵਿੱਚ ਬਰਕਤ ਤੇਰੇ, ਜਨਮ ਲਾਹੌਰ ਸ਼ਹਿਰ ਦਾ, ਜਨਮ ਲਾਹੌਰ ਸ਼ਹਿਰ ਦਾ। ਜਨਮ ਲਾਹੌਰ ਸ਼ਹਿਰ ਦਾ, ਪਿਤਾ ਹਰਦਾਸ ਜੀ। ਜੇਠਾ ਕਹਿ ਲੋਕ ਪੁਕਾਰਨ, ਨਾਮ ਰਾਮਦਾਸ ਜੀ। ਕੋਲ ਗਰੀਬੀ ਮੇਰੇ, ਦਮੜਾ ਨਾ ਪਾਸ ਜੀ। ਪੈਸੇ ਦੀ ਖਾਤਰ ਬੋਲਾਂ, ਬੋਲ ਪਿਆਰਾਂ ਦੇ। ਸਾਧਾਂ ਨਾਲ ਦਰਸ਼ਨ ਹੋ ਗਏ, ਸੱਚੀਆਂ ਸਰਕਾਰਾਂ ਦੇ। ਜਾਗੀ ਅੱਜ ਕਿਸਮਤ ਮੇਰੀ। ਛੋਟੀ ਜਿਹੀ ਉਮਰੇ ਬੇਟਾ ਪਾਲੇ ਜੰਜਾਲ ਓਏ। ਪੜ੍ਹ ਲਿਖ ਕੇ ਸੁਗੜੀ ਹੋਣ ਦਾ ਕੀਤਾ ਨਾ ਖਿਆਲ ਓਏ। ਲੀਰਾਂ ਵਿੱਚ ਡਲਕਾ ਮਾਰੇ, ਕੀਮਤੀ ਲਾਲ ਓਏ। ਤਖਤਾਂ ਦਾ ਵੱਲ ਜਾਪੇ, ਚੁੱਕਿਆ ਕਿਉਂ ਖਾਰਾ ਹੈ। ਕੁੰਗਣੀਆਂ ਫਿਰ ਵੇਚਦਾ, ਹੋਕਾ ਨਿਆਰਾ ਹੈ। ਬੋਲਾਂ ਵਿੱਚ ਬਰਕਤ ਤੇਰੇ, ਉੱਠਿਆ ਹੈ ਸੀਸ ਮੇਰੇ ਤੋਂ, ਉੱਠਿਆ ਹੈ ਸੀਸ ਮੇਰੇ ਤੋਂ। ਉੱਠਿਆ ਹੈ ਸੀਸ ਮੇਰੇ ਤੋਂ, ਮਾਂ ਪਿਓ ਦਾ ਸਾਇਆ ਜੀ। ਮੱਥੇ ਤੇ ਲੇਖ ਵਾਹਿਗੁਰੂ ਐਸਾ ਲਿਖ ਪਾਇਆ ਜੀ। ਮਿੱਠਾ ਕਰ ਮਨ
ਹਾਲੇ ਅਣਜਾਣ ਤੂੰ ਚਮਕੇਂਗਾ ਵਾਂਗ ਸਤਾਰੇ ਬਣ ਕੇ ਸੁਲਤਾਨ ਤੂੰ ਹੋਵੇਂਗਾ ਜੇਠੇ ਪੁੱਤਰਾ ਸਾਡਾ ਮਹਿਮਾਨ ਤੂੰ ਸੰਗਤ ਦੇ ਦਰਸ਼ਨ ਕਰਕੇ ਪਾਇਆ ਫਲ ਪਾਰਾ ਹੈ ਕੁੰਗਣੀਆਂ ਫਿਰ ਵੇਚਦਾ ਹੋਕਾ ਨਿਆਰਾ ਹੈ ਕੁੰਗਣੀਆਂ ਫਿਰ ਵੇਚਦਾ ਹੋਕਾ ਨਿਆਰਾ ਹੈ ਬੋਲਾਂ ਵਿੱਚ ਬਰਕਤ ਤੇਰੇ ਮੈਂ ਤਾਂ ਮਸਕੀਨ ਆਦਮੀ ਮੈਂ ਤਾਂ ਮਸਕੀਨ ਆਦਮੀ ਮੈਂ ਤਾਂ ਮਸਕੀਨ ਆਦਮੀ ਨਾ ਕੋਈ ਅਮੀਰ ਹਾਂ ਗੁਰਬਤ ਵਿੱਚ ਗਰਸਿਆ ਦਿਸਦਾ ਫਕੀਰ ਹਾਂ ਕੱਖਾਂ ਦੀ ਉੱਲੀ ਬਸਦਾ ਬਣ ਕੇ ਫਕੀਰ ਹਾਂ ਕਰਦੇ ਨੇ ਚਰਚ ਲੋਕੀ ਨੂਰ ਦੀਆਂ ਟਾਰਾਂ ਦੇ ਭਾਗਾਂ ਨਾਲ ਦਰਸ਼ਨ ਹੋ ਗਏ ਸੱਚੀਆਂ ਸਰਕਾਰਾਂ ਦੇ ਜਾਗੀ ਅੱਜ ਕਿਸਮਤ ਮੇਰੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਖੜੇ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ। ਤੀਸਰੇ ਨਾਨਕ ਜੀ ਪਰਖ ਦੀ ਕਸਵੱਟੀ ਲਾਉਂਦੇ ਨੇ, ਪੁੱਤਰਾ ਤੇਰੀ ਪੜਨ ਦੀ ਉਮਰ ਏ, ਤੂੰ ਕੀ ਕਰ ਰਿਹਾ ਹੈ? ਕਿੱਥੋਂ ਦਾ ਰਹਿਣ ਵਾਲਾ, ਕਿੱਥੇ ਮਾਤਾ ਪਿਤਾ? ਜਦੋਂ ਇਹ ਸ਼ਬਦ ਸੁਣੇ ਆਖਿਆ ਸੱਚੇ ਪਾਤਸ਼ਾਹ ਮੈਂ ਗਰੀਬ ਹਾਂ, ਮਸਕੀਨ ਹਾਂ, ਮੇਰੇ ਕੋਲ ਦਮੜਾ ਨੇ, ਕੱਖਾਂ ਦੀ ਕੁੱਲੀ ਹੈ। ਸ਼ਹਿਨशाह ਜੀਓ ਮੇਰੇ ਬੜੇ ਚੰਗੇ ਭਾਗ ਨੇ, ਮਾਤਾ ਪਿਤਾ ਦਾ ਸਾਇਆ ਜੇਕਰ ਉੱਠ ਗਿਆ ਸੀ ਤੇ ਮੈਨੂੰ ਗੁਰੂ ਨਾਨਕ ਦੇ ਦਰ ਨੇ ਆਪਣੇ ਲੜ ਲਾ ਲਿਆ, ਮੈਨੂੰ ਆਸਰਾ ਦੇ ਦਿੱਤਾ। ਹਜ਼ੂਰ ਪਾਤਸ਼ਾਹ ਜੀ ਨੇ ਜਦੋਂ ਨਿਮਰਤਾ ਵੇਖੀ, ਜਦੋਂ ਮਨ ਨੂੰ ਨੀਵਾਂ ਵੇਖਿਆ ਤੇ ਸਤਿਗੁਰ ਅਮਰਦਾਸ ਪਾਤਸ਼ਾਹ ਜੀ ਟੁੱਟ ਪਏ। ਟੁੱਟੇ ਨੇ, ਕੀ ਕਹਿੰਦੇ ਨੇ? ਪੁੱਤਰਾ ਤੇਰੇ ਬੋਲਾਂ ਦੇ ਵਿੱਚ ਬਰਕਤ ਹੈ, ਜਿਹੜੇ ਸ਼ਬਦ ਤੂੰ ਕਹਿੰਦਾ ਹੈ ਉਹ ਸ਼ਬਦ ਬੜੇ ਕਮਾਲ ਦੇ ਕਹਿੰਦਾ ਹੈ। ਮੇਰੀਆਂ ਸਤਿਕਾਰਯੋਗ ਭੈਣਾਂ ਸੱਜ ਬੈਠੀਆਂ ਨੇ, ਆਪਣੇ ਚੰਗੇ ਭਾਗ ਨੇ ਕਿ ਆਪਾਂ ਸਿੱਖ ਹਾਂ, ਆਓ ਸਿੱਖ ਹੋਣ ਦਾ ਫਰਜ਼ ਨਿਭਾਈਏ। ਗੁਰੂ ਨਾਨਕ ਦੇ ਦਰ ਨੇ ਸਾਨੂੰ ਬੜਾ ਸਤਿਕਾਰ ਦਿੱਤਾ, ਉਸ ਸਤਿਕਾਰ ਨੂੰ ਬਰਕਰਾਰ ਰੱਖੀਏ। ਜਦੋਂ ਬੀਬੀ ਭਾਨੀ ਜੀ ਦੇ ਜੀਵਨ ਨੂੰ ਪੜ੍ਹਦੇ ਹਾਂ, ਜਦੋਂ ਮਾਤਾ ਮਨਸਾ ਦੇ ਜੀਵਨ ਨੂੰ ਪੜ੍ਹਦੇ ਹਾਂ, ਬੜੀ ਨਿਮਰਤਾ ਹੈ। ਸਿੱਖੀ ਸਿਧਾਂਤ ਰੋਮ ਦੇ ਵਿੱਚ ਵਸਿਆ ਹੋਇਆ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਖਿਆ ਤੈਨੂੰ ਅਸੀਂ ਆਪਣਾ ਮਹਿਮਾਨ ਬਣਾ ਲੈਣਾ ਹੈ। ਸੱਚੇ ਪਾਤਸ਼ਾਹ ਇਹ ਕੀ ਕਹਿੰਦੇ ਹੋ? ਮੈਂ ਤੇ ਬਹੁਤ ਗਰੀਬ ਹਾਂ, ਮੇਰੇ ਕੋਲ ਰਹਿਣ ਦੇ ਲਈ ਇੱਕ ਕੁੱਲੀ ਹੈ। ਹਜ਼ੂਰ ਪਾਤਸ਼ਾਹ ਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੇਰਾ ਘਰ ਦੁਨੀਆ ਦੇ ਵਿੱਚ ਇੰਨਾ ਮਹਾਨ ਹੋਵੇਗਾ, ਦੁਨੀਆ ਦੇ ਲੋਕ ਹੀ ਨਹੀਂ ਰਾਜੇ ਮਹਾਰਾਜੇ ਵੀ ਝੁਕਣਗੇ। ਮੈਂ ਪੜ੍ਹ ਰਹੀ ਸਾਂ, ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਿਲ ਕਲਿੰਟਨ ਗਿਆ, ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਇਆ। ਇੰਗਲੈਂਡ ਦੀ ਮਹਾਰਾਣੀ ਗਈ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਆਪਣਾ ਸਿਰ ਨਵਾਇਆ। ਮੇਰੇ ਦੇਸ਼ ਦਾ ਜਦੋਂ ਵੀ ਕੋਈ ਪ੍ਰਧਾਨ ਮੰਤਰੀ MP ਬਣਦਾ ਏ, ਭਾਵੇਂ ਉਹ ਕਿਸੇ ਵੀ ਪਾਰਟੀ ਦਾ ਏ, ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨ ਪਰਸਦਾ ਏ। ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਿਹੜੇ ਵਚਨ ਕਹੇ ਨੇ ਉਹ ਸੱਚ ਸਾਬਤ ਹੋਏ ਨੇ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਪੁੱਛਦੇ ਨੇ, ਪੁੱਤਰਾ ਬਾਣੀ ਪੜ੍ਹਦਾ ਏ? ਹੱਥ ਜੋੜੇ ਆਖਿਆ ਸੱਚੇ ਪਾਤਸ਼ਾਹ
ਬਚਪਨ ਦੇ ਵਿੱਚ ਪਹਿਲਾਂ ਮੇਰੀ ਮਾਤਾ ਨੇ ਮੈਨੂੰ ਗੁਰੂ ਨਾਨਕ ਦੇ ਦਰ ਦੇ ਨਾਲ ਜੋੜਿਆ। ਮਾਤਾ ਪਿਤਾ ਦਾ ਸਾਇਆ ਉੱਠਿਆ, ਨਾਨੀ ਦਾ ਸਹਾਰਾ ਮਿਲਿਆ। ਨਾਨੀ ਨੇ ਮੈਨੂੰ ਜਪਜੀ ਸਾਹਿਬ ਦਾ ਪਾਠ ਕੰਠ ਕਰਾਇਆ। ਉਹਨਾਂ ਆਖਿਆ ਜਦੋਂ ਕੁੰਗਣੀਆਂ ਵੇਚਣੀਆਂ ਨੇ, ਵਾਹਿਗੁਰੂ ਵਾਹਿਗੁਰੂ ਜਪਣਾ ਤੇ ਜਪਜੀ ਸਾਹਿਬ ਦਾ ਪਾਠ ਕਰਨਾ ਹੈ। ਮੈਂ ਇਹੀ ਕਰਦਾ ਜੋ ਕੁਝ ਮੈਨੂੰ ਸਿਖਾਇਆ ਗਿਆ ਏ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਖੁਸ਼ ਹੋ ਗਏ ਨੇ। ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੱਲ ਵਕੜੀ ਦੇ ਵਿੱਚ ਲਿਆ ਭਾਈ ਜੇਠਾ ਜੀ ਨੂੰ। ਗੱਲ ਵਕੜੀ ਦੇ ਵਿੱਚ ਲੈ ਕੇ ਕਹਿੰਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਨਾਨਕ ਦੇ ਦਰ ਦੀ ਸੇਵਾ ਤੁਹਾਡੀ ਝੋਲੀ ਦੇ ਵਿੱਚ ਪਵੇਗੀ। ਆਪ ਨੇ ਥੜਿਆਂ ਦੀ ਵਾਰਤਾ ਸਰਵਣ ਕੀਤੀ ਹੈ, ਮੈਂ ਵਿਸਥਾਰ ਦੇ ਵਿੱਚ ਨਾ ਜਾਵਾਂ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਸ ਵੇਲੇ ਗੁਰੂ ਨਾਨਕ ਦੇ ਦਰ ਦੀ ਸੇਵਾ ਪਾਉਂਦੇ ਨੇ ਝੋਲੀ ਦੇ ਵਿੱਚ, ਭਾਈ ਜੇਠਾ ਜੀ ਦੇ ਧੰਨ ਧੰਨ ਸਤਿਗੁਰੂ ਰਾਮਦਾਸ ਪਾਤਸ਼ਾਹ ਆਪਣੇ ਮੁਖ ਤੋਂ ਕਹਿੰਦੇ ਨੇ, ਉਸ ਵੇਲੇ ਦੇ ਦ੍ਰਿਸ਼ ਨੂੰ ਕਵਿਤਾ ਰੂਪ ਦੇ ਵਿੱਚ ਸਾਥੀ ਇਉਂ ਕਹਿੰਦੇ। ਭਾਈ ਜੇਠਾ ਜੀ ਨੂੰ ਲੈ ਗਲ ਵਕੜੀ ਦਾਤੇ ਨੇ, ਪਾਵਨ ਬਚਨਾਂ ਦੇ ਨਾਲ ਮੁਖੋ ਆਖ ਸੁਣਾਇਆ। ਭਾਈ ਜੇਠਾ ਜੀ ਨੂੰ ਲੈ ਗਲ ਵਕੜੀ ਦਾਤੇ ਨੇ, ਪਾਵਨ ਬਚਨਾਂ ਦੇ ਨਾਲ ਮੁਖੋਂ ਬਚਨ ਸੁਣਾਇਆ। ਉਹ ਪਾਵਨ ਬਚਨਾਂ ਦੇ ਨਾਲ ਮੁਖੋਂ ਬਚਨ ਸੁਣਾਇਆ। ਭਾਈ ਜੇਠਾ ਜੀ ਨੂੰ ਲੈ ਗਲ ਵਕੜੀ ਦਾਤੇ ਨੇ, ਪਾਵਨ ਬਚਨਾਂ ਦੇ ਨਾਲ ਮੁਖੋ ਆਖ ਸੁਣਾਇਆ। ਪਾਵਨ ਬਚਨਾਂ ਦੇ ਨਾਲ ਮੁਖੋ ਆਖ ਸੁਣਾਇਆ। ਕੀਤੀ ਸ਼ਰਧਾ ਦੇ ਨਾਲ ਗੁਰਪੀਰਾਂ ਦੀ ਚਾਕਰੀ, ਵੱਡੀ ਕਾਲ ਕਾਲ ਕੇ ਉੱਚਾ ਰੁਤਬਾ ਪਾਇਆ। ਜੀ ਵੱਡੀ ਕਾਲ ਕਾਲ ਕੇ ਉੱਚਾ ਰੁਤਬਾ ਪਾਇਆ। ਕੀਤੀ ਸ਼ਰਧਾ ਦੇ ਨਾਲ ਗੁਰਪੀਰਾਂ ਦੀ ਚਾਕਰੀ, ਵੱਡੀ ਕਾਲ ਕਾਲ ਕੇ ਉੱਚਾ ਰੁਤਬਾ ਪਾਇਆ। ਵੱਡੀ ਕਾਲ ਕਾਲ ਕੇ ਉੱਚਾ ਰੁਤਬਾ ਪਾਇਆ। ਕਿ ਤੇਰੇ ਦਰ ਤੇ ਆ ਕੇ ਪਿਘਲ ਜ਼ਿੰਦਗੀ ਪਾਵਣਗੇ। ਤੇਰੇ ਦਰ ਤੇ ਆ ਕੇ ਪਿਘਲ ਜ਼ਿੰਦਗੀ ਪਾਵਣਗੇ। ਕਾਕਾ ਹੰਸ ਹੋਣਗੇ ਜਿਸਨੇ ਟੁੱਬਾ ਲਾਇਆ। ਜੀ ਕਾਕਾ ਹੰਸ ਹੋਣਗੇ ਜਿਸਨੇ ਟੁੱਬਾ ਲਾਇਆ। ਤੇਰੇ ਦਰ ਤੇ ਆ ਕੇ ਪਿੰਗਲੇ ਜ਼ਿੰਦਗੀ ਪਾਵਣਗੇ। ਕਾਕੋ ਹੰਸ ਹੋਣਗੇ ਜਿਸਨੇ ਟੁੱਬਾ ਲਾਇਆ।
ਚੁਕਾਵਣਗੇ ਨਾਨਕ ਦਰ ਤੋਂ ਸਭ ਨੂੰ ਮਿਲੇਗਾ ਮਾਣ ਸੁਆਇਆ ਨਾਨਕ ਦਰ ਤੋਂ ਸਭ ਨੂੰ ਮਿਲੇਗਾ ਮਾਣ ਸੁਆਇਆ ਓਟਾ ਆਵੇਗਾ ਨਾ ਲక్ష్ਮੀ ਪਰਸੇ ਚਰਨਾਂ ਨੂੰ ਤਨ ਤਨ ਰਾਮਦਾਸ ਗੁਰ ਜਿਸ ਨੇ ਹਿਰਦੇ ਤੇ ਆਇਆ ਜੀ ਤਨ ਤਨ ਰਾਮਦਾਸ ਗੁਰ ਜਿਸ ਨੇ ਹਿਰਦੇ ਤੇ ਆਇਆ ਟੋਟਾ ਆਵੇਗਾ ਨਾ ਲక్ష్ਮੀ ਪਰਸੇ ਚਰਨਾਂ ਨੂੰ ਤਨ ਤਨ ਰਾਮਦਾਸ ਗੁਰ ਜਿਸ ਨੇ ਹਿਰਦੇ ਤੇ ਆਇਆ ਤਨ ਤਨ ਰਾਮਦਾਸ ਗੁਰ ਜਿਸ ਨੇ ਹਿਰਦੇ ਤੇ ਆਇਆ ਬੈਠਾ ਸੋਢੀ ਪਾਤਸ਼ਾਹ ਤਖਤ ਤੀਸਰੇ ਨਾਨਕ ਦਾ ਬੈਠਾ ਸੋਢੀ ਪਾਤਸ਼ਾਹ ਤਖਤ ਤੀਸਰੇ ਨਾਨਕ ਦੇ ਜਿਸ ਨੂੰ ਸਰਦਾ ਦੇ ਨਾਲ ਨੂਰ ਸੀ ਸੀਸ ਨਿਵਾਇਆ ਜਿਸ ਨੂੰ ਸਰਦਾ ਦੇ ਨਾਲ ਨੂਰ ਸਰੀਰ ਨਿਵਾਇਆ ਬੈਠਾ ਸੋਢੀ ਪਾਤਸ਼ਾਹ ਤਖਤ ਤੀਸਰੇ ਨਾਨਕ ਦੇ ਜਿਸ ਨੂੰ ਸ਼ਰਦਾ ਦੇ ਨਾਲ ਨੂਰ ਨੇ ਸੀਸ ਝੁਕਾਇਆ ਜਿਸ ਨੂੰ ਸ਼ਰਦਾ ਦੇ ਨਾਲ ਨੂਰ ਨੇ ਸੀਸ